गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है श्री कलगीधर चमत्कार। उस विच एक प्रसंग है भाई नंद लाल निस्तारा। आओ प्यार नाल सरवण करन दी कोशिश करिए जी। पहला, कदे पठाणी धरती ते घुग वसदे नगर कंधार विच श्री गुरु नानक देव जी ने फेरा पाया सी। ਉੱਥੇ ਤਾਰਿਆ ਸੀ ਰੱਬ ਦੇ ਰਸਤੇ ਲੱਗ ਰਹੇ ਹਾਂ, ਪਰ ਅਟਕਾਂ ਵਿੱਚ ਭਟਕ ਰਹੇ ਹਾਂ। ਯਾਰ ਵਲੀ ਸ਼ਾਹ ਸ਼ਰਫ ਤੇ ਖੱਤਰੀ ਆਦਿਕਾਂ ਨੂੰ। ਸ੍ਰੀ ਗੁਰੂ ਜੀ 1596 ਬਿਕਰਮੀ ਨੂੰ ਆਪਣੇ ਅਰਸ਼ੀ ਵਤਨਾਂ ਵੱਲ ਟੁਰੇ ਹਨ ਤੇ ਹੁਣ ਹੈ ਸੰਮਤ 1693। ਇਸ ਕੰਧਾਰ ਤੋਂ ਸਵਾ ਕੋ 200 ਮੀਲ ਉੱਤਰ ਰੁਖ ਨੂੰ ਕੰਧਾਰ ਤੋਂ ਕਾਬਲ ਦੀ ਸੜਕ ਉੱਤੇ ਨਗਰ ਗਜ਼ਨੀ ਵਿੱਚ ਅੱਜ ਜਨਮ ਹੋਇਆ ਹੈ ਇੱਕ ਗੁਰੂ ਨਾਨਕ ਪਿਆਰੇ ਦਾ। ਹਾਂ, ਉਸੇ ਗਜ਼ਨੀ ਵਿੱਚ ਜਿਸ ਦੇ ਮਹਿਮੂਦ ਨੇ ਹਿੰਦੁਸਤਾਨ ਨੂੰ 17 ਵੇਰ ਲੁੱਟਿਆ, ਬਰਬਾਦ ਕੀਤਾ ਤੇ ਲਾਹੌਰ ਵਿੱਚ ਵਿਦੇਸ਼ੀ ਓਪਰੇ ਰਾਜ ਦੀ ਨੀਂਹ ਧਰੀ ਸੀ। ਇਹ ਥਾਂ ਪਹਾੜੀ ਹੈ ਤੇ ਲਗਭਗ ਸ਼ਿਮਲੇ ਜਿੰਨਾ ਉੱਚਾ ਹੈ। ਜਿਸ ਭਗਤ ਪੁਰਖ ਦਾ ਅੱਜ ਪਠਾਣੀ ਧਰਤੀ ਵਿੱਚ ਜਨਮ ਹੋਇਆ ਹੈ, ਇਸ ਦਾ ਨਾਮ ਨੰਦਲਾਲ ਧਰਿਆ ਗਿਆ। ਪਿਤਾ ਇਸ ਦਾ ਹਿੰਦੂ ਹੈ, ਨਾਮ ਉਸ ਦਾ ਛੱਜੂ ਰਾਮ ਹੈ, ਜ਼ਾਤ ਦਾ ਖੱਤਰੀ ਹੈ। ਇਹ ਰੋਜ਼ਗਾਰ ਦੀ ਤਲਾਸ਼ ਵਿੱਚ ਆਪਣਾ ਪਿਆਰਾ ਵਤਨ ਪੰਜਾਬ ਛੋੜ ਕੇ ਗਜ਼ਨੀ ਆ ਵਸਿਆ ਸੀ। ਫਾਰਸੀ ਵਿਦਿਆ ਵਿੱਚ ਨਿਪੁੰਨ ਸੀ ਤੇ ਪ੍ਰਬੰਧਕ ਯੋਗਤਾ ਵਿੱਚ ਕਮਾਲ ਰੱਖਦਾ ਸੀ। ਇਸ ਕਰਕੇ ਇੱਥੋਂ ਦੇ ਹਾਕਮ ਦਾ ਮੀਰ ਮੁਨਸ਼ੀ ਹੋ ਕੇ ਸੁਖ ਪਾ ਰਿਹਾ ਤੇ ਸੁਖ ਦੇ ਰਿਹਾ ਸੀ। ਆਪ ਵਿਦਵਾਨ ਹੋਣ ਕਰਕੇ ਪੁੱਤਰ ਨੂੰ ਚੰਗੀ ਵਿਦਿਆ ਦੇਣ ਦਾ ਸ਼ੌਕ ਹੋਣਾ ਇੱਕ ਕੁਦਰਤੀ ਗੱਲ ਸੀ। ਬਾਲਪਨੇ ਤੋਂ ਹੀ ਛੱਜੂ ਰਾਮ ਜੀ ਨੇ ਨੰਦਲਾਲ ਜੀ ਨੂੰ ਚੰਗੇ ਮਕਤਬ ਵਿੱਚ ਪੜ੍ਹਨੇ ਪਾਇਆ ਤੇ ਘਰ ਵਿੱਚ ਆਪ ਵੀ ਬਾਲਕ ਨੂੰ ਵਿਦਿਆ ਵਿੱਚ ਪ੍ਰਬੀਨ ਕਰਨ ਦਾ ਯਤਨ ਜਾਰੀ ਰੱਖਿਆ। ਛੱਜੂ ਰਾਮ ਜੀ ਦੀ ਪਹਿਲਾਂ ਬਹੁਤ ਸੰਤਾਨ ਹੋ ਕੇ ਮਰ ਚੁੱਕੀ ਸੀ। ਨੰਦਲਾਲ ਜੀ 50 ਬਰਸ ਦੀ ਆਯੂ ਵਿੱਚ ਹੋਏ ਸੇ। ਆਪ ਦਾ ਸੁਭਾਅ ਕੁਝ ਸੁਭਾਵਕ ਹੀ ਤੇ ਕੁਝ ਇਹਨਾਂ ਸਦਮਿਆਂ ਕਰਕੇ ਨਰਮੀ ਵਾਲਾ, ਭਗਤੀ ਅੰਗ ਵਾਲਾ ਤੇ ਔਲਾਦ ਵੱਲ ਬਹੁਤੇ ਪਿਆਰ ਵਾਲਾ ਹੋ ਚੁੱਕਾ ਹੋਇਆ ਸੀ। ਆਪਣੇ ਬੱਚੇ ਨੂੰ ਸਮੇਂ ਦੀ ਪ੍ਰਧਾਨ ਵਿਦਿਆ ਵਿੱਚ ਸਿਆਣਿਆਂ ਕਰਨ ਦੇ ਨਾਲ ਛੱਜੂ ਰਾਮ ਦੀ ਇਹ ਕੋਸ਼ਿਸ਼ ਵੀ ਰਹਿੰਦੀ ਸੀ ਕਿ ਬੱਚਾ ਧਰਮ ਭਾਵ ਵਾਲਾ ਉੱਠੇ। 12 ਬਰਸ ਦੀ ਨਿੱਕੀ ਵਰੇਸ ਵਿੱਚ ਨੰਦਲਾਲ ਚੰਗਾ ਪੜ ਗਿਆ ਸੀ। ਜੈਸਾ ਕਿ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ, ਨੰਦ ਲਾਲ ਨਿਤ ਮਕਤਬ ਜਾਏ, ਇਲਮ ਫਾਰਸੀ ਪੜ੍ਹੇ ਬਨਾਏ, ਤੀਖਣ ਬੁੱਧ ਪੁਨੈ ਅਭਿਆਏ, ਨਿਤ ਪ੍ਰਤ ਵਿਦਿਆ ਬਹੁਤ ਪ੍ਰਕਾਸ਼ੇ, ਬ੍ਰਿੰਦ ਕਿਤਾਬਨ ਕੋ ਪੜ ਗਇਓ, ਇਲਮ ਵਿਖੇ ਕਾਮਲ ਬਹੁ ਪਇਓ। ਹੁਣ ਹਰ ਸਪੁੱਤਰ ਦੀ ਫਾਰਸੀ ਅਰਬੀ ਵਿੱਚ ਚੰਗੀ ਤਰੱਕੀ ਹੁੰਦੀ ਵੇਖ ਕੇ ਛੱਜੂ ਰਾਮ ਜਾਮੇ ਵਿੱਚ ਨਹੀਂ ਮਿਆਉਂਦਾ ਸੀ ਤੇ ਅੱਗੋਂ ਹੋਰ ਪੜ੍ਹਾਉਣ ਦੇ ਆਹਰ ਤੁਰੇ ਰਹਿੰਦੇ ਸਨ ਕਿ ਇਹਨਾਂ ਦਿਨਾਂ ਵਿੱਚ ਬੈਰਾਗੀ ਮਤ ਦੇ ਇੱਕ ਆਗੂ, ਜੋ ਵੈਸ਼ਨਵ ਮਤ ਉਪਾਸ਼ਕ ਖੱਤਰੀਆਂ ਦੇ ਕੁਲ ਗੁਰੂ ਸਨ, ਆਪਣੀ ਕਾਰ ਭੇਡ ਦੇ ਸਿਲਸਿਲੇ ਵਿੱਚ ਗਜ਼ਨੀ ਆ ਪਹੁੰਚੇ। ਗਜ਼ਨੀ ਪਠਾਣੀ ਧਰਤੀ ਹੈ, ਉੱਥੇ ਇਹ ਅਵਸਰ ਮਿਲਣਾ ਇੱਕ ਦੁਰਲਭ ਗੱਲ ਸੀ। ਛੱਜੂ ਰਾਮ ਜੀ ਆਪ ਵੈਸ਼ਨਵ ਸਨ। ਵੈਰਾਗੀ ਆਚਾਰਿਆ ਦੇ ਆਉਣ ਨੂੰ ਧਨ ਭਾਗ ਜਾਣ ਕੇ ਪੁੱਤਰ ਨੂੰ ਦੀਖਿਅਤ ਕਰਨ ਦੀ ਸੋਚ ਫੁਰੀ ਕਿ ਹੋਵੇ ਨਾ ਤਾਂ ਇਹਨਾਂ ਤੋਂ ਪੁੱਤਰ ਦੇ ਗਲ ਕੰਠੀ ਪੈ ਜਾਏ, ਮੰਤਰ ਮਿਲ ਜਾਏ ਤੇ ਇਹ ਆਪਣੇ ਧਰਮ ਕਰਮ ਵਿੱਚ ਵਿਧੀ ਮੂਜਬ ਪ੍ਰਵੇਸ਼ ਕਰ ਲਵੇ। ਇਸ ਤਰ੍ਹਾਂ ਦੀ ਵਿਚਾਰ ਕਰਕੇ ਆਪ ਨੇ ਇੱਕ ਦਿਨ ਥਾਪਿਆ ਤੇ ਆਪਣੇ ਘਰ ਮਹਾਤਮਾ ਨੂੰ ਸੱਦਿਆ। ਕੰਠੀ ਪਾਉਣ ਵਾਲਾ ਭਲਾ ਪੁਰਖ ਸੀ, ਸਿੱਧਾ ਸਾਦਾ ਸੀ, ਪਰ ਅਮਲੀ ਆਤਮ ਜੀਵਨ ਵੱਲੋਂ ਕੋਰਾ ਸੀ। ਉਹ ਰਸਮ ਤਾਂ ਪੂਰੀ ਕਰਨੀ ਜਾਣਦਾ ਸੀ, ਪਰ ਕਿਸੇ ਜੀਵ ਦੀ ਰੂਹਾਨੀ ਭੁੱਖ ਲਈ ਤ੍ਰਿਪਤੀ ਦਾ ਸਾਮਾਨ ਨਹੀਂ ਸੀ ਕਰ ਸਕਦਾ। ਨੰਦਲਾਲ ਬਾਲਕਾ ਇੱਕ ਤਾਂ ਆਪ ਚਮਤਕਾਰੀ ਬੁੱਧੀ ਵਾਲਾ ਪੁਰਖ ਸੀ, ਜੈਸਾ ਕਿ ਵਡੇਰੀ ਉਮਰ ਵਿੱਚ ਆਪ ਦੀ ਕੀਤੀ ਕਵਿਤਾ ਆਪ ਨੂੰ ਸਿੱਧ ਕਰਦੀ ਹੈ। ਦੂਜੇ ਫਾਰਸੀ ਅਰਬੀ ਪੜ੍ਹ ਕੇ ਬੁੱਧੀ ਵਿਚਾਰ ਵੱਲ ਪੈਂਦੀ ਤੇ ਹਰ ਗੱਲ ਦੀ ਖੋਜ ਵੱਲ ਰੁਖ ਕਰਦੀ ਸੀ। ਬਾਲਕ ਨੇ ਅਖਲਾਕ ਦੇ ਪੁਸਤਕ ਪੜ੍ਹੇ ਹੋਏ ਸਨ ਤੇ ਫਕੀਰੀ ਰੰਗ ਵਾਲੀਆਂ ਕਿਤਾਬਾਂ ਘੋਟੀਆਂ ਹੋਈਆਂ ਸਨ। ਇਸ ਲਈ ਉਸ ਨੂੰ ਇੱਕ ਮਾਮੂਲੀ ਸੰਪਰਦਾਈ ਚਿੰਨ੍ਹ ਧਾਰਨ ਕਰਾਉਣ ਵਾਲੇ ਤੋਂ ਕਿਵੇਂ ਤਸੱਲੀ ਹੋ ਸਕਦੀ ਸੀ।
ਘਰ ਵਿੱਚ ਸਾਰੀ ਤਿਆਰੀ ਹੋਈ ਸੀ। ਕੇਵਲ ਆਚਾਰੀਆ ਦੇ ਰਸਮ ਅਦਾ ਕਰਨ ਦੀ ਦੇਰੀ ਸੀ। ਜਦ ਉਹ ਮਹੂਰਤ ਦਾ ਸਮਾਂ ਆ ਪੁੱਜਾ ਤਾਂ ਬਾਬਾ ਬੈਰਾਗੀ ਜੀ ਲੱਗੇ ਕੰਠੀ ਪਹਿਰਾਵਣ। ਤਦੋਂ ਨੰਦ ਲਾਲ ਜੀ ਨੇ ਸਤਕਾਰ ਨਾਲ ਕਿਹਾ, ਹੇ ਸਾਧੂ, ਹੇ ਭਲੇ ਪੁਰਖ, ਇਹ ਕੰਠੀ ਮੇਰੇ ਗਲ ਕਿਉਂ ਪਾਉਂਦੇ ਹੋ? ਬੈਰਾਗੀ, ਬੱਚਾ, ਤੈਨੂੰ ਵੈਸ਼ਨਵ ਮਤ ਵਿੱਚ ਲੈਣ ਲੱਗੇ ਹਾਂ। ਤੂੰ ਅੱਜ ਤੋਂ ਇਸ ਮਤ ਦਾ ਸੇਵਕ ਹੋਵੇਂਗਾ। ਕੰਠੀ ਤੇਰੇ ਗੱਲੇ ਵਿੱਚ ਤੈਨੂੰ ਯਮ ਤੋਂ ਬਚਾਏਗੀ। ਇਹ ਚਿੰਨ੍ਹ ਹੋਵੇਗਾ ਤੇਰੇ ਇਸ ਮਤ ਦੇ ਸੇਵਕ ਹੋਣ ਦਾ। ਫਿਰ ਤੈਨੂੰ ਮੰਤਰ ਦਿਆਂਗੇ। ਇਹ ਕੰਠੀ ਮੰਤਰ ਦੀ ਧਾਰਨੀ ਹੋਵੇਗੀ। ਇਸ ਕੰਠੀ ਨਾਲ ਤੂੰ ਨਿਗੁਰਾ ਯਾਨੀ ਬੇਮੁਰਸ਼ਿਦਾ ਨਾ ਰਹੇਗਾ। ਤੂੰ ਬਾਲਕਾ ਤੇ ਅਸੀਂ ਤੇਰੇ ਗੁਰੂ ਹੋਵਾਂਗੇ। ਨੰਦ ਲਾਲ, ਖਿਮਾ ਕਰਨੀ ਗੁਸਾਈ ਜੀ, ਇਸ ਕੰਠੀ ਦੇ ਪੈਰਣ ਨਾਲ ਮੈਂ ਇੱਕ ਭਾਰੀ ਜ਼ਿੰਮੇਵਾਰੀ ਲੈਣ ਲੱਗਾ ਹਾਂ ਕਿ ਮੈਂ ਸੇਵਕ ਹੋ ਗਿਆ ਤੇ ਆਪ ਗੁਰੂ ਹੋ ਗਏ। ਅੱਗੋਂ ਨੂੰ ਮੇਰੇ ਲਈ ਬੂਹੇ ਬੰਦ ਹੋ ਗਏ। ਜੋ ਮੈਂ ਹੋਰ ਦੀ ਢੂੰਡ ਨਾ ਕਰਾਂ ਤੇ ਜੇ ਮੈਨੂੰ ਅਵਸ਼ੋ ਕੋਈ ਕਲਿਆਣ ਕਰਨ ਵਾਲਾ ਰਹਿਬਰ ਮਿਲ ਪਵੇ ਤਾਂ ਮੈਂ ਆਪਣੇ ਅੱਜ ਦੇ ਕੀਤੇ ਨੇਮ ਤੋਂ ਬੇਮੁਖ ਹੋਵਾਂ। ਸੋ ਤੁਸੀਂ ਹਾਲੇ ਮੈਨੂੰ ਇਸ ਧਰਮ ਨੇਮ ਵਿੱਚ ਨਾ ਬੰਨੋ। ਮੈਂ ਸਿਆਣਾ ਹੋ ਕੇ ਆਪਣਾ ਗੁਰੂ ਆਪ ਲੱਭ ਲਵਾਂਗਾ। ਜਿੱਥੇ ਮੇਰੀ ਨਿਸ਼ਾ ਹੋ ਜਾਏ ਉੱਥੋਂ ਫਿਰ ਆਪਣੇ ਗਲੇ ਕੰਠੀ ਕੇ ਕੋਈ ਹੋਰ ਚਿੰਨ੍ਹ ਪਾ ਲਵਾਂਗਾ। ਬਾਵਾ, ਬੇਟਾ, ਇਹ ਤਾਂ ਕੁਲਾਰੀਤ ਹੈ। ਗੱਲਾਂ ਤੂੰ ਸਿਆਣੀਆਂ ਕਰਦਾ ਹੈ ਤੇ ਤੇਰੇ ਭਾਗਾਂ ਵਿੱਚ ਹੋਵੇਗਾ ਤਾਂ ਕੋਈ ਮਹਾਂਪੁਰਖ ਤੈਨੂੰ ਆ ਮਿਲੇਗਾ। ਪਰ ਇਸ ਗੱਲ ਦੇ ਹੋਣ ਕਰ ਲੈਣ ਵਿੱਚ ਕੋਈ ਡਰ ਨਹੀਂ ਹੈ। ਨੰਦ ਲਾਲ, ਗੁਸਾਈ ਜੀ, ਬਾਰ-ਬਾਰ ਗੁਰੂ ਧਾਰਨ ਕਰਨਾ ਖੇਡ ਹੋ ਜਾਏਗੀ। ਮੇਰਾ ਚਿੱਤ ਉਸ ਕੰਠੀ ਦੇ ਪੈਰਨ ਤੇ ਹੈ ਕਿ ਜੋ ਬਾਣੀ ਰੂਪ ਹੋਵੇ ਔਰ ਮੇਰੇ ਕੰਠ ਵਿੱਚੋਂ ਉਸ ਦਾ ਉਚਾਰ ਹੋਵੇ ਤੇ ਉਸ ਵਿੱਚ ਭਗਵੰਤ ਦਾ ਜਸ ਹੋਵੇ। ਮੇਰਾ ਰੁਖ ਹਮਦੋ ਸਨਾ ਵੱਲ ਹੈ। ਗੁਸਾਈ, ਬਰਖੁਰਦਾਰ ਤੂੰ ਧਨ ਹੈ। ਤੇਰੀ ਲੋਚਾ ਸੋਹਣੀ ਹੈ। ਭਗਵਾਨ ਤੈਨੂੰ ਬਾਣੀ ਰੂਪ ਕੰਠੀ ਆਪ ਦੇਵੇ। ਮੇਰੇ ਪਾਸ ਐਸੀ ਕੰਠੀ ਨਹੀਂ ਹੈ। ਇਹ ਕੰਠੀ ਜਿਸ ਪਾਸ ਹੈ ਉਹ ਆਪ ਹੀ ਤੈਨੂੰ ਦੇਵੇਗਾ। ਇਸ ਤਰ੍ਹਾਂ ਦੇ ਵਾਕ ਕਹਿ ਕੇ ਗੁਸਾਈ ਆਪਣੇ ਡੇਰੇ ਨੂੰ ਚਲਾ ਗਿਆ। ਪਿਤਾ ਨੇ ਸਮਝਾਇਆ ਕਿ ਗੁਸਾਈ ਜੀ ਬਾਲਕ ਦੇ ਹੱਠ ਕਰਨੇ ਪਰ ਗੁੱਸੇ ਹੋ ਗਏ ਹਨ। ਇਸ ਕਰਕੇ ਪਹਿਲਾਂ ਪੁੱਤਰ ਨੂੰ ਸਮਝਾਇਆ ਕਿ ਬੇਟਾ, ਇਹ ਕੁਲਾਰੀਤ ਹੈ ਤੇ ਕਰਨੀ ਜ਼ਰੂਰੀ ਹੈ। ਇਸ ਦੇ ਨਾ ਕੀਤੇ ਅਬਜਸ ਹੋਵੇਗਾ ਤੇ ਦੂਸਰੇ ਕੁਲ ਗੁਰੂ ਨਾਰਾਜ਼ ਹੋ ਗਏ ਹਨ। ਤਾਂ ਨੰਦ ਲਾਲ ਜੀ ਹੱਥ ਜੋੜ ਕੇ ਬੋਲੇ, ਪਿਤਾ ਜੀਓ, ਆਪ ਦੀ ਆਗਿਆ ਸਿਰ ਮੱਥੇ ਤੇ ਹੈ। ਪਰ ਗੁਸਾਈ ਜੀ ਆਖਦੇ ਹਨ ਕਿ ਕੰਠੀ ਪੈਰ ਕੇ ਅਸੀਂ ਗੁਰੂ ਤੇ ਤੂੰ ਸੇਵਕ ਹੋ ਜਾਏਗਾ ਤੇ ਮੈਨੂੰ ਗੁਸਾਈ ਜੀ ਗੁਰੂ ਹੋ ਕੇ ਪਾਸੇ ਨਹੀਂ। ਮੈਂ ਮੁਰਸ਼ਿਦ ਦੀ ਟੋਲ ਆਪ ਕਰਨੀ ਹੈ। ਇਸ ਕਰਕੇ ਅੱਜ ਝੂਠ ਮੂਠ ਗੁਰੂ ਧਾਰ ਲੈਣਾ ਠੀਕ ਨਹੀਂ ਲੱਗ ਰਿਹਾ। ਮੈਂ ਹੁਣੇ ਆਪਣੇ ਆਪ ਨੂੰ ਬੰਨ ਲਵਾਂ, ਇਹ ਚੰਗਾ ਨਹੀਂ ਪਿਆ ਲੱਗਦਾ। ਪਿਤਾ ਇਹ ਵਾਕ ਸੁਣ ਕੇ ਪੁੱਤਰ ਦੀ ਸੱਚਾਈ ਨਾਲ ਕੁਝ ਤਸੱਲੀ ਵਾਲਾ ਹੋ ਕੇ ਚੁੱਪ ਹੋ ਗਿਆ ਕਿ ਬੱਚਾ ਗੱਲ ਠੀਕ ਕਹਿ ਰਿਹਾ ਹੈ। ਮੈਂ ਜ਼ੋਰ ਨਾ ਦਿਆਂ, ਮਤੇ ਉਦਾਸੀ ਮੰਨੇ ਤੇ ਸੁਖੀ ਨਾ ਰਹੇ। ਫਿਰ ਪਿਤਾ ਗੁਸਾਈ ਜੀ ਪਾਸ ਖਿਮਾ ਵਾਸਤੇ ਗਿਆ। ਪਰ ਉਸ ਭਲੇ ਪੁਰਖ ਨੇ ਉੱਤਰ ਦਿੱਤਾ ਕਿ ਭਾਈ, ਤੇਰਾ ਬੱਚਾ ਸੁੱਤੇ ਸਿੱਧ ਪਰਮਾਰਥ ਦਾ ਜਗਿਆਸੂ ਹੈ। ਇਸ ਨੇ ਕੋਈ ਉੱਚ ਕੋਟੀ ਦਾ ਪੁਰਖ ਲੱਭਣਾ ਹੈ। ਉਸ ਤੋਂ ਹੀ ਕਲਿਆਣ ਪਾਏਗਾ। ਐਸੇ ਸੰਸਕਾਰੀ ਜੀਵਾਂ ਪਰ ਸਾਨੂੰ ਤੇ ਤੁਹਾਨੂੰ ਜ਼ੋਰ ਕਰਨਾ ਭਲਾ ਨਹੀਂ। ਮੈਂ ਗੁੱਸੇ ਨਹੀਂ। ਮੈਂ ਆਸ਼ੀਰਵਾਦ ਦਿੰਦਾ ਹਾਂ ਕਿ ਤੇਰੀ ਕੁਲ ਵਧੇ, ਸਦਾ ਸੁਖੀ ਰਹੋ। ਛੱਜੂ ਰਾਮ ਨੇ ਮੱਥਾ ਟੇਕਿਆ ਤੇ ਫਿਰ ਪਿਤਰੀ ਮੋਹ ਵਿੱਚ ਬੱਧੇ ਤੇ ਲੋਕ ਲਾਜ ਵੱਲੋਂ ਸੋਚਾਂ ਕਰਦੇ ਨੇ ਉਸ ਦੇ ਮਕਤਬ ਦੇ ਉਸਤਾਦ ਤੇ ਉਸ ਦੇ ਨਾਲ ਪੜ੍ਹਨੇ ਵਾਲੇ ਮਿੱਤਰਾਂ ਤੋਂ ਅਖਵਾਇਆ। ਪਰ ਨੰਦ ਲਾਲ ਨੇ ਸਭ ਨੂੰ ਨਿਮਰਤਾ ਨਾਲ ਇਹੋ ਆਖਿਆ ਕਿ ਮੇਰੇ ਅੰਦਰ ਕਈ ਲੱਛਣ ਹਨ ਗੁਰੂ ਪਛਾਣ ਦੇ। ਮੈਂ ਭਾਲ ਕਰਨੀ ਹੈ। ਜੇ ਮੈਂ ਹੁਣ ਬਚ ਗਿਆ ਜਿੱਥੇ ਕਿ ਬੱਜਣ ਨੂੰ ਮੇਰਾ ਚਿੱਤ ਨਹੀਂ ਹੈ ਤਾਂ ਮੈਂ ਦੁਖੀ ਹੋਵਾਂਗਾ ਤੇ ਦੁਖੀ ਰਹਾਂਗਾ। ਵੈਸੇ ਪਿਤਾ ਜੀ ਦੀ ਆਗਿਆ ਮੈਂ ਮੋੜਨੀ ਨਹੀਂ ਚਾਹੁੰਦਾ। ਇਸ ਪ੍ਰਕਾਰ ਦੀ ਵਾਰਤਾਲਾਪ ਦੇ ਮਗਰੋਂ ਪਿਤਾ ਜੀ ਵੱਲੋਂ ਹੋਰ ਖਿੱਚ ਬੰਦ ਹੋ ਗਈ ਤੇ ਨੰਦ ਲਾਲ ਜੀ ਆਪਣੀ ਵਿਦਿਆ ਵਧਾਉਣ ਵਿੱਚ ਲੱਗੇ ਰਹੇ।
दूसरा 5 बरस होर लंघ गए। ना नंद लाल जी ने कंठी तारी ना विवाह किया, विद्या विच ही जुटे रहे। इस समय आप दी प्यारी माता जी दा चलाना हो गया। इस सदमे नूं आप ने जरा उखेरा चलिया। घर दे 3 ही तां परदेश विच बंदे सन, एक माता, एक पिता ते एक आप। सो हुण 2 रह गए। माता दे वियोग मगरों 2 बरस नंद लाल जी नूं होर बीते। अजे विद्या प्राप्ति विच ही धुन लग रही सी कि आप दे पिता जी दा चलाना हो गया। ये सदमा हुण बड़ा डाढा सी। आप पराए मुल्क ते पराए राज ते पराए लोकां विच इकल्ले रह गए। पर बंदे दे सिर जो आवे सह गुजरदा है। आपने ये सट भी सहारी। जदों सारे पितरी कर्मां तो वेले होए तां सजना मित्रां सलाह दिती कि हुण हाकम पास जाना चाहिए, जो ओ पिता वाली थां आप नूं दे देवे। आप हर तरह लायक हो, इस नाल दिल आहरे लगेगा, परचेगा। कम कहंदे हन असली बंदगी हुंदा है। फिर आप दा किसे चंगे घर विआह शादी हो जाएगा। इस विचार मगरों हाकम पास अर्ज गुजारी हुई। हाकम छज्जू राम जी पर प्रसन्न सी ते नंद लाल जी दी विद्या ते लियाकत दा जाणू सी। आखण लगा कि मैं तुहाडे पिता दे ओहदे ते तुसानू ही थापांगा, तुसी लायक हो, पर अजे तजर्बा कोई नहीं। इस करके कुछ चिर दफ्तर विच हेठले दर्जे ते कम सिखो। नंद लाल जी ने यह गल समझ लई, पर चित होर उदास हो गया। ये उदासी इन्नी वधी कि आपने फिर वतना वल मुहारा मोड़ियां ते अपना लटा पटा नौकर चाकर संभाल के एक काफले दे नाल चुप कीते टुर पे ते पंजाब विच आ गए। मुल्तान अपड़ के आप नूं ये जगह पसंद आ गई ते इत्थे डेरे ला दिते। गजनी तो पिता दा संचित धन अपने नाल ले आए सन। इस करके छेती दी कोई तांग रोजगार तलाश दी नहीं सी। इत्थे रह के आपने दिल्ली दरवाजे दे बाहर वार नवेकला थां तक के कुछ भाव मुल लैके अपने रहन दा घर बना लिया। ये टिकाणा होले होले महल्ला बन गया ते बहुत वसों हो गई। इसदा नाम आगापुर पै गया। गालबन इस करके कि नंदलाल जी नूं उन्हां दे गजनी तो नाल आए नौकर आगा करके सददे सन। आगा फारसी विच मालक नूं कहंदे हन ते उधर दे नौकर मालक नूं आगा करके बुलाउंदे हन। ख्याल ये भी किया जाता है कि भाई साहब जी ने परदेसों आके आप ये नाम आगमनपुरा रखिया, जो विगड़ के आगापुर हो गया है। उन महल्ले का नाम हुण तक आगापुर है। नंदलाल जी का सुभाव मिलापड़ा सी, विद्या बहुत सी, धन भी पास सी। मुल्तान विच आप दा मेल जोल छेती वध गया। पुराने वड्डियां दे मेली साख संबंधी भी आदर भाव करन लग पे। चाहे अजे रोजगार कोई नहीं सी लब्बा, पर भाईचारे बरादरी विच नक नमूज उजला कायम हो गया। आप दी सहनशीलता ते उपर कथे गुणा दे भाईचारक नजूम करके आप दा एक चंगे खतरी घराणे विच विआह हो गया। इस गल ने आप दे दिल नूं होर सोहना ते उच्चा कर दिता ते एक नवी रंगत अंदरले रंग नूं चमकाउण लग पई। फकीरां सादां दे मेली आप सन ही, कंठी अजे नहीं सी लई। ये कसर आप नूं पता सी, पर अजे कोई लब्बा भी नहीं सी कि जिस दे हाथों कंठी कंठन हार करन लई धौण नहीं आउंदी। विआह होए कुछ समा बीतिया सी कि आप नूं अपनी सतवंती इस्त्री विच सुशील होण तो वखरी एक होर घटना दिस पई ते ये गल समझ विच आई कि सतवंती अंमृत वेले जागदी ते इशनान कर लैंदी है। कुछ समा चुप करके बैठदी है ते फिर कुछ पढ़दी है, जिसदी सुर तां सुनाई देंदी है, पर इन्ना उच्चा नहीं पढ़दी कि समझ पै सके। आप विद्वान तां सन। सुभागा इस्त्री दे लक्षणां विच जो आम इस्त्रियां नालों विलक्षणताई तकदे सन, वो इस कारण तो पासी। तद आपने एक दिन स्त्री नूं पुछया कि भाग भरी सुलखणा वाली, जो अभ्यास ते आराधना तू सवेरे वेले करदी है
ਤੇ ਜੋ ਆਪ ਫਿਰ ਚੜ੍ਹੇ ਦਿਨ ਜਪਦੀ ਜਾਂ ਉਚਾਰਦੀ ਹੈ ਉਹ ਕੋਈ ਸੋਹਣੀ ਗੱਲ ਹੈ ਤੇ ਮੈਂ ਖੁਸ਼ ਹਾਂ। ਮੈਂ ਕਿਸੇ ਭਲੇ ਕੰਮ ਨਾਲ ਵਿਰੋਧੀ ਪੱਖ ਚਿੱਤ ਵਿੱਚ ਕਿਸੇ ਤਰ੍ਹਾਂ ਦਾ ਨਹੀਂ ਰੱਖਦਾ। ਤੂੰ ਡਰਦੀ ਜਾਪਦੀ ਹੈ ਜੋ ਖੁੱਲ੍ਹ ਕੇ ਨਹੀਂ ਪੜ੍ਹਦੀ, ਮੇਰੇ ਵੱਲੋਂ ਡਰ ਕੋਈ ਨਹੀਂ। ਇਸ ਪ੍ਰਕਾਰ ਦੇ ਪਿਆਰੇ ਵਾਕ ਸੁਣ ਕੇ ਬੀਬੀ ਨੇ ਬਾਣੀ ਖੁੱਲ੍ਹ ਕੇ ਸੁਰ ਨਾਲ ਪੜ੍ਹਨੀ, ਜਿਵੇਂ ਪੇਕੇ ਘਰ ਦਾ ਸੁਭਾਅ ਸੀ, ਆਰੰਭ ਦਿੱਤੀ। ਬਾਣੀ ਦੇ ਪਾਠ ਨਾਲ ਨੰਦ ਲਾਲ ਜੀ ਦੇ ਕੰਨ ਪਿਆਰ ਵਾਲੇ ਹੋਣ ਲੱਗ ਪਏ। ਬਾਣੀ ਦਾ ਰਸ ਅਸਰ ਕਰੇ, ਅਰਥ ਭਾਵ ਮਨ ਨੂੰ ਕਦਰ ਦੇਵੇ। ਐਉਂ ਆਪ ਨੂੰ ਪਤਾ ਲੱਗਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਤੇ ਜੋ ਸਤਵੰਤੀ ਮੇਰੇ ਲੜ ਲੱਗੀ ਹੈ ਗੁਸਾਈਆਂ ਦੀ ਚੇਲੀ ਨਹੀਂ, ਨਾ ਹੀ ਕੇਵਲ ਸਿੱਖ ਘਰਾਣੀ ਦੀ ਬੀਬੀ ਹੈ, ਸਗੋਂ ਸਿੱਖੀ ਅਮਲ ਵਿੱਚ ਤਕੜੀ ਹੈ। ਬਾਣੀ ਸੁਣ ਸੁਣ ਕੇ ਉਸ ਦਾ ਸਨਮਾਨ ਦਿਲ ਵਿੱਚ ਵੱਧਦਾ ਗਿਆ ਤੇ ਅੰਦਰ ਕਦੇ ਕਦੇ ਭਾਵ ਉੱਠਣ ਲੱਗ ਪਿਆ ਕਿ ਇਸ ਮਿੱਠੀ ਵਹਿ ਰਹੀ ਅੰਮ੍ਰਿਤ ਨਦੀ ਦੇ ਚਸ਼ਮੇ ਦੇ ਕਦੇ ਦਰਸ਼ਨ ਮੇਲੇ ਹੋਣ ਤਾਂ ਸ਼ਾਇਦ ਮਨ ਦੀ ਚਿਰੋਕੀ ਦੱਬੀ ਅਭਿਲਾਖਾ ਪੂਰੀ ਹੋ ਜਾਵੇ। ਸਹਿਜੇ ਸਹਿਜੇ ਆਪ ਦਾ ਵਿਸ਼ਵਾਸ ਸ੍ਰੀ ਗੁਰੂ ਨਾਨਕ ਦੇਵ ਜੀ ਪਰ ਆਉਂਦਾ ਗਿਆ ਤੇ ਗੁਰਬਾਣੀ ਪੜ੍ਹਨ ਤੇ ਕੰਠ ਕਰਨ ਦਾ ਸੁਭਾਅ ਪੈਂਦਾ ਗਿਆ। ਉਧਰ ਆਪ ਦੀ ਫਾਰਸੀ ਅਰਬੀ ਦੀ ਲਿਆਕਤ ਦਾ ਸ਼ਹਿਰ ਵਿੱਚ ਚਰਚਾ ਹੋ ਗਿਆ, ਜਿਸ ਤੋਂ ਕਿ ਹਾਕਮ ਮੁਲਤਾਨ ਤੱਕ ਵੀ ਖਬਰ ਪੁੱਜੀ। ਉਸਨੇ ਆਪ ਦੀ ਲਿਆਕਤ ਦੇਖ ਕੇ ਆਪ ਨੂੰ ਮੀਰ ਮੁਨਸ਼ੀ ਥਾਪ ਲਿਆ। ਮੁੱਦਤਾਂ ਆਪ ਮੁਲਤਾਨ ਵਿੱਚ ਟਿਕੇ ਰਹੇ ਤੇ ਆਪਣੇ ਇਸ ਅਹੁਦੇ ਦਾ ਕੰਮ ਦਿਆਨਤਦਾਰੀ ਨਾਲ ਨਿਭਾਉਂਦੇ ਰਹੇ। ਆਪ ਦੀ ਲਿਆਕਤ ਤੇ ਗੁਣਾਂ ਦੇ ਕਾਰਨ ਹਾਕਮ ਦੇ ਬਹੁਤ ਇਤਬਾਰੀ ਹੋ ਗਏ ਤੇ ਹਰ ਗੱਲ ਵਿੱਚ ਆਪ ਦੀ ਪੁੱਛ ਹੋਣ ਲੱਗ ਪਈ। ਇਸ ਗੱਲ ਪਰ ਅਮਲੇ ਵਿੱਚ ਈਰਖਾ ਹੋ ਗਈ। ਇਹ ਈਰਖਾ ਦਿਨੋਂ ਦਿਨ ਵੱਧਦੀ ਗਈ ਪਰ ਆਪ ਦਾ ਕੁਝ ਵਿਗਾੜ ਨਾ ਸਕੀ। ਤੀਸਰਾ, ਇੱਕ ਦਿਨ ਆਪ ਨੇ ਆਪਣੀ ਇਸ ਹਾਲਤ ਨੂੰ ਚੰਗਾ ਨਾ ਸਮਝ ਕੇ ਨੌਕਰੀ ਛੋੜ ਦਿੱਤੀ ਤੇ ਆਪਣਾ ਜੀਵਨ ਮੁੜ ਸੁਤੰਤਰ ਕਰ ਲਿਆ, ਪਰ ਟਿਕੇ ਮੁਲਤਾਨ ਹੀ ਰਹੇ। ਲਗਭਗ 40 ਵਰ੍ਹੇ ਦੀ ਉਮਰ ਵਿੱਚ ਆਪ ਦੇ ਘਰ ਸੰਤਾਨ ਹੋਈ। ਕਾਕੇ ਦਾ ਨਾਮ ਲਖਪਤ ਰਾਏ ਰੱਖਿਆ ਤੇ ਇਸ ਤੋਂ 2 ਵਰ੍ਹੇ ਮਗਰੋਂ ਇੱਕ ਹੋਰ ਬੱਚਾ ਹੋਇਆ ਜਿਸ ਦਾ ਨਾਮ ਲੀਲਾ ਰਾਮ ਰੱਖਿਆ। ਦੋਹਾਂ ਦੀ ਪਾਲਣ ਪੋਖਣ ਇੱਕ ਨਵਾਂ ਆਹਰ ਸੀ ਜੋ ਵਡੇਰੀ ਉਮਰਾਂ ਵਿੱਚ ਇੱਕ ਨਵਾਂ ਡਾਢਾ ਮਿੱਠਾ ਕੰਮ ਸੀ। ਇਸ ਵਿੱਚ ਕੁਝ ਬਰਸ ਦਿਲ ਪਰਚਿਆ ਰਿਹਾ, ਪਰ ਉਹ ਚਿਣਗ ਜੋ ਅੰਦਰ ਧੁਰੋਂ ਨਾਲ ਆਈ ਸੀ ਤੇ ਜਿਸਨੇ ਕੰਠੀ ਨਹੀਂ ਸੀ ਬੈਰਾਗੀ ਤੋਂ ਪੁਆਉਣ ਦਿੱਤੀ ਅਤੇ ਜਿਹੜੇ ਮੁਲਤਾਨ ਆ ਕੇ ਸਤਸੰਗ ਪ੍ਰਾਪਤੀ ਨਾਲ ਵਿੱਚੇ ਵਿੱਚ ਸੁਲਗਦੀ ਰਹੀ ਸੀ, ਹੁਣ ਮੱਚ ਖਲੋਤੀ। ਇੱਕ ਦਿਨ ਗੁਰਦੁਆਰੇ ਕੀਰਤਨ ਵਿੱਚ ਪ੍ਰਮਾਣ ਦੇਂਦਿਆਂ ਰਾਗੀ ਨੇ ਇਹ ਸ਼ਲੋਕ ਪੜ੍ਹਿਆ, ਦੇਖ ਫਰੀਦਾ ਜੋ ਥਿਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਹਾਂ, ਨੰਦ ਲਾਲ ਜੀ ਨੂੰ ਖਿਆਲ ਆਇਆ ਕਿ ਉਮਰਾ 50 ਦੇ ਨੇੜੇ ਆ ਰਹੀ ਹੈ। ਸ਼ਾਸਤਰਾਂ ਮੁਜਬ ਵੀ ਬਾਨ ਪ੍ਰਸਤੀ ਹੋਣ ਦਾ ਸਮਾਂ ਆ ਗਿਆ ਹੈ ਤੇ ਅੱਜ ਦੇ ਵਾਕ ਨੇ ਵੀ ਅੱਗਾ ਨੇੜੇ ਆਇਆ ਦਾ ਸੁਨੇਹਾ ਸੁਣਾਇਆ ਹੈ। ਕਦ ਤੱਕ ਹੈ ਮਨ, ਕਦ ਤੱਕ ਇਹ ਬਾਲ ਬੱਚੇ ਇਸਤਰੀ ਇੱਜ਼ਤ ਵਿੱਚ ਗਾਫਲੀ। ਰਾਹ ਤਾਂ ਲੱਭਾ ਹੈ ਪਰ ਰਹਿਬਰ ਅਰਸ਼ੀ ਰਹਿਬਰ ਜਦ ਪ੍ਰਿਥਵੀ ਤੇ ਹੈ ਤਾਂ ਦਰਸ਼ਨ ਤੋਂ ਵਾਂਝੇ ਰਹਿਣਾ ਕੈਸੀ ਅਭਾਗਤਾ ਹੈ। ਇਹ ਫੁਰਨੇ ਡੂੰਘੇ ਹੁੰਦੇ ਤੇ ਵੈਰਾਗ ਦੀ ਸੂਰਤ ਪਕੜਦੇ ਗਏ। ਆਖਰ ਅੰਦਰ ਦੀਆਂ ਲੱਗੀਆਂ ਤ੍ਰਿਖੀਆਂ ਹੋ ਬਲੀਆਂ। ਆਪ ਨੇ ਆਪਣੇ ਇਸਤਰੀ ਤੋਂ ਗੁਰਦਰਸ਼ਨਾਂ ਵਾਸਤੇ ਖੁਸ਼ੀ ਲਈ, ਬੱਚਿਆਂ ਦੇ ਪੜ੍ਹਨ ਦਾ ਪ੍ਰਬੰਧ ਕੀਤਾ ਤੇ ਟੱਬਰ ਨੂੰ ਸਹੁਰਿਆਂ ਦੀ ਸਪੁਰਦੀ ਵਿੱਚ ਕਰਕੇ ਉਹਨਾਂ ਦੇ ਗੁਜ਼ਾਰੇ ਦਾ ਪੱਕਾ ਬੰਦੋਬਸਤ ਕਰ ਦਿੱਤਾ ਤੇ ਘਰੋਂ ਟੁਰ ਪਏ। ਗਜ਼ਨੀ ਤੋਂ ਆਪ ਦੇ ਨਾਲ 2 ਨੌਕਰ ਆਏ ਸਨ। ਦੋਏ ਬੜੇ ਆਗਿਆਕਾਰ, ਅੰਗਪਾਲ ਤੇ ਦਿਆਨਤਦਾਰ ਸਨ। ਦੋਹਾਂ ਵਿੱਚੋਂ ਇੱਕ ਨੂੰ ਤਾਂ ਘਰ ਛੋੜਿਆ ਕਿ ਬੱਚਿਆਂ ਤੇ ਪਰਿਵਾਰ ਦੀ ਸੇਵਾ ਤੇ ਸੁੱਖ ਵਿੱਚ ਫਰਕ ਨਾ ਪਵੇ ਤੇ ਇੱਕ ਨੂੰ ਨਾਲ ਲੈ ਗਿਆ। ਪਹਿਲੋਂ ਮੰਜ਼ਲ ਚੱਲਦੇ ਆਪ ਲਾਹੌਰ ਪਹੁੰਚੇ। ਕੁਛ ਦਿਨ ਇੱਥੇ ਠਹਿਰੇ, ਸਤਸੰਗ ਦਾ ਆਨੰਦ ਲਿਆ ਤੇ ਫਿਰ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ। ਕੀਰਤਨ ਤੇ ਸਤਸੰਗ ਦਾ ਆਨੰਦ ਅੰਦਰਲੇ ਵੈਰਾਗ ਨੂੰ ਦੂਣੇ ਭਾਗ ਲਾ ਗਿਆ। ਰੂਹਾਨੀ ਪ੍ਰਭਾਵ ਤੇ ਵਿਸਮਾਦੀ ਖੇੜਾ ਜੋ ਹਰਮੰਦਰ ਵਿੱਚ ਸਦਾ ਰਹਿੰਦਾ ਹੈ, ਅਚਰਜੀ ਰਮਜ਼ ਪਾ ਗਿਆ। ਆਪ ਹੁਣ ਬੇਬਲ ਹੋ ਖੜੋਤੇ ਅਤੇ ਗਾਦੀ ਦੇ ਮਾਲਕ ਜੀ ਦੀ
ਚਰਨ ਸ਼ਰਨ ਪ੍ਰਾਪਤ ਹੋਣ ਦੀ ਖਿੱਚ ਵਧੇਰੇ ਤੁਣਕੇ ਮਾਰਨ ਲੱਗੀ। ਸੋ ਆਪ ਇੱਥੋਂ ਵੀ ਟੁਰ ਪਏ ਤੇ ਸੰਨੇ ਸੰਨੇ ਚੱਲਦੇ ਸ੍ਰੀ ਆਨੰਦਪੁਰ ਅਪੜੇ ਤੇ ਇੱਕ ਲਵਾਂਝੇ ਇੱਕ ਮਕਾਨ ਲੈ ਕੇ ਉਸ ਵਿੱਚ ਜਾ ਟਿਕੇ। ਇਹ ਸਮਾਂ ਸੰਮਤ 1740 ਤੋਂ 43 ਬਿਕਰਮੀ ਦੇ ਲਗਭਗ ਪੈਂਦਾ ਹੈ। ਆਪ ਇਸ ਵੇਲੇ ਸਿਆਣੀ ਅਵਸਥਾ ਵਿੱਚ ਹਨ। ਵਿਦਿਆ ਤੇ ਜਹਾਨ ਦੇ ਤਜਰਬੇ ਦਾ ਕਮਾਲ ਹੈ। ਸੋਬਤਾਂ ਹਰ ਰੰਗ ਦੇ ਫਕੀਰਾਂ ਦੀਆਂ ਦੇਖ ਚੁੱਕੇ ਹਨ। ਅੱਗੇ ਜਿਸ ਸਾਹਿਬ ਦੀ ਖਿਦਮਤ ਵਿੱਚ ਜਾ ਰਹੇ ਹਨ ਉਹ ਚੜ੍ਹਦੀ ਜਵਾਨੀ ਦੀ ਵਰੇਸ ਵਿੱਚ ਹੈ। ਰਾਜ ਸਾਜ਼ ਸ਼ਾਹਾਨਾ ਹੈ। ਇਰਦ ਗਿਰਦ ਦੇ ਸਾਮਾਨ ਤਿਆਗ ਵੈਰਾਗ ਦੇ ਨਜ਼ਰ ਨਹੀਂ ਪੈਂਦੇ। ਕੁਦਰਤੀ ਗੱਲ ਹੈ ਕਿ ਸਿਆਣਾ ਤੇ ਸੋਚਵਾਨ ਮਨ ਸੋਚਾਂ ਵਿੱਚ ਪਵੇ, ਪਰੰਤੂ ਦੂਜੇ ਪਾਸੇ ਵੈਰਾਗ ਹੈ, ਚਿੱਤ ਉਦਾਸੀਨ ਹੈ, ਨਾਲੇ ਗੁਰਬਾਣੀ ਦੀ ਘਾਸ ਹੈ। ਗੁਰਬਾਣੀ ਤੋਂ ਅੰਦਾਜ਼ਾ ਲੱਗ ਚੁੱਕਾ ਹੈ ਕਿ ਇਸ ਗੱਦੀ ਦੇ ਮਾਲਕ ਨਾ ਕੇਵਲ ਮੁਰਸ਼ਦ ਯਾਨੀ ਗੁਰਮੁਖ ਹਨ, ਸਗੋਂ ਕਾਰਕ ਹਨ, ਅਵਤਾਰ ਹਨ ਤੇ ਅਵਤਾਰਾਂ ਤੋਂ ਉੱਚੇ ਗੁਰ ਅਵਤਾਰ ਹਨ। ਹਾਂ, ਨੰਦ ਲਾਲ ਜੀ ਮਹਿਮਾ ਸੁਣਦੇ ਹਨ ਕਿ ਇਸ ਛੋਟੀ ਵਰੇਸ ਤੋਂ ਹੀ ਗਾਦੀ ਦੇ ਗੁਰੂ ਪੂਰਨ ਗੁਰ ਅਵਤਾਰ ਦੇ ਲੱਛਣ ਦਿਖਾਲਦੇ ਹਨ। ਅੰਤਰਯਾਮੀ ਹਨ ਤੇ ਤਾਰਨਹਾਰ ਹਨ। ਦੋਹਾਂ ਤਰ੍ਹਾਂ ਦੀਆਂ ਵਿਚਾਰਾਂ ਨੇ ਹੁਣ ਦਿਲ ਵਿੱਚ ਇਹ ਸੂਰਤ ਪਕੜੀ ਕਿ ਪਹਿਲੋਂ ਹੀ ਸਤਿਗੁਰੂ ਜੀ ਦੇ ਦਰਬਾਰ ਹਾਜ਼ਰੀ ਨਾ ਭਰੀਏ, ਕੋਈ ਟਿਕਾਣਾ ਕਰਕੇ ਬਹਿ ਜਾਵੀਏ ਤੇ ਵੇਖੀਏ ਸਤਿਗੁਰੂ ਜੀ ਮੈਨੂੰ ਆਪ ਸੱਦੇ ਹਨ ਕਿ ਨਹੀਂ। ਹਿਰਦੇ ਦਾ ਇਹ ਮਨੋਰਥ ਜੇ ਸਿੱਧ ਹੋ ਜਾਏ ਤਾਂ ਨਿਸ਼ਚਿਤ ਹੋ ਗਿਆ ਕਿ ਗੁਰੂ ਕਾਮਲ ਮੁਰਸ਼ਦ ਹੈ ਤੇ ਅੰਤਰਯਾਮੀ ਗੁਰੂ ਅਵਤਾਰ ਗੁਰੂ ਹੈ। ਫਿਰ ਮਨ ਵਿੱਚ ਸੋਚ ਫੁਰੇ ਕਿ ਐਸਾ ਕਰਨਾ ਸਿਦਕ ਦੀ ਕਮੀ ਹੈ ਤੇ ਗੁਰੂ ਪ੍ਰੀਖਿਆ ਹੈ। ਪਰ ਵਿਦਵਾਨ ਦਿਮਾਗ ਨੇ ਵਿਤਰੇਕ ਕਰ ਲਿਆ ਕਿ ਅਗਨੀ ਨਾਲ ਅਗਨੀ ਰੂਪ ਹੋਣ ਵਾਲੇ ਦੋ ਤਰ੍ਹਾਂ ਦੇ ਪਦਾਰਥ ਹਨ। ਇੱਕ ਤਾਂ ਨੇੜੇ ਹੋ ਕੇ ਜਾਂ ਸਪਰਸ਼ ਮਾਤਰ ਨਾਲ ਅਗਨੀ ਹੋ ਜਾਂਦੇ ਹਨ, ਜੈਸੇ ਕਾਗਜ਼, ਘਿਓ, ਖੰਡ ਆਦਿ। ਦੂਜੇ ਜ਼ਰਾ ਵਧੇਰੇ ਤਾਵ ਲੈ ਕੇ ਉਸ ਰੂਪ ਵਿੱਚ ਵੜਦੇ ਹਨ, ਜੈਸੇ ਮੋੜੇ, ਸੋਨਾ ਆਦਿ। ਜਗਿਆਸੂ ਵੀ ਤਿਵੇਂ ਦੋ ਤਰ੍ਹਾਂ ਦੇ ਹਨ। ਇੱਕ ਤਾਂ ਦਰਸ਼ਨ ਮਾਤਰ ਨਾਲ ਵਿਸ਼ਵਾਸ ਦੇ ਘਰ ਅਪੜਦੇ ਹਨ, ਦੂਜੇ ਢੂੰਡ ਭਾਲ ਪ੍ਰੀਖਿਆ ਕਰਕੇ ਵਿਸ਼ਵਾਸ ਦੇ ਘਰ ਪੁੱਜਦੇ ਹਨ। ਇਸ ਵੇਲੇ ਕੁਝ ਸਮੇਂ ਦੇ ਪ੍ਰਭਾਵ ਕਰਕੇ ਜਾਂ ਆਪਣੇ ਵਿਤਰੇਕੀ ਸੁਭਾਅ ਕਰਕੇ ਹੀ ਮੈਂ ਦੂਜੀ ਭਾਂਤ ਦਾ ਜਗਿਆਸੂ ਹਾਂ। ਫਿਰ ਸੋਚਣ ਕਿ ਮੇਰਾ ਰੁਖ ਕੁਝ ਬੇਅਦਬ ਹੈ, ਪਰ ਵਿਚਾਰਨ ਕਿ ਮੇਰਾ ਮਨ ਹੈ ਨਿਸ਼ਚੇ ਵਾਲਾ, ਠੀਕ ਨਿਸ਼ਚੇ ਵਾਲਾ ਹੈ। ਇਸ ਕਰਕੇ ਆਪ ਘਰ ਬਹਿ ਗਏ। ਦਿਲ ਦਾ ਭਾਵ ਕਿਸੇ ਨੂੰ ਨਾ ਦੱਸਿਆ ਤੇ ਸਤਿਗੁਰੂ ਜੀ ਦੇ ਦਰਸ਼ਨ ਦੀ ਤਾਂਗ ਨੂੰ ਅੰਦਰ ਨੱਪਿਆ। ਇਹ ਤਾਂਗ ਉੱਪਰਲੇ ਮਨ ਅਰਥਾਤ ਵਿਚਾਰ ਵਾਲੇ ਮਨ ਤੋਂ ਡੂੰਘੇਰੇ ਥਾਂ ਵਸਦੀ ਸੀ ਤੇ ਵਿਚਾਰ ਵਾਲੇ ਮਨ ਨੇ ਇਸ ਵੇਲੇ ਪ੍ਰੀਖਿਆ ਦੀ ਬਿਰਤੀ ਧਾਰ ਲਈ ਸੀ। ਉਹ ਅੰਦਰ ਡੂੰਘੇਰੇ ਥਾਂ ਵਾਲੀ ਵੱਧੀ ਹੋਈ ਤਾਂਗ ਹੁਲਾਰੇ ਮਾਰਦੀ ਸੀ ਤੇ ਕਸਕਾਂ ਵਾਲੀ ਖਿੱਚ ਹੋ ਕੇ ਉਭਰਦੀ ਸੀ ਤੇ ਵਿਚਾਰ ਵਾਲਾ ਮਨ ਆਪਣੇ ਇਰਾਦੇ ਕੀਤੇ ਸੰਕਲਪ ਨਾਲ ਉਸ ਨੂੰ ਨੱਪਦਾ ਸੀ ਤੇ ਅਮਲ ਵਿੱਚ ਪਲਟਣੋਂ ਰੋਕਦਾ ਸੀ। ਇਸ ਖਿੱਚੋ ਤਾਣ ਵਿੱਚ ਦਰਸ਼ਨ ਦੀ ਤਾਂਗ ਵਧੇਰੇ ਕਸਕਦੀ ਸੀ। ਕਈ ਦਿਨ ਬੀਤ ਗਏ। ਆਪ ਟਿਕਾਣੇ ਟਿਕੇ ਹਨ। ਹਾਂ, ਟਿਕਿਆ ਹੈ ਸਰੀਰ ਤੇ ਵਿਚਾਰ ਵਾਲਾ ਮਨ, ਪਰ ਅਟਿਕ ਹੈ ਡੂੰਘਾ ਮਨ ਤੇ ਨਹੀਂ ਟਿਕਦਾ ਸਰੀਰ ਦੇ ਪੁਲਾੜ ਵਿੱਚ। ਹੰਬਲੇ ਮਾਰਦਾ ਤੇ ਉੱਡ ਉੱਡ ਕੇ ਜਾਂਦਾ ਹੈ ਪਿਆਰੇ ਦੇ ਦੇਸ਼ ਤੇ ਤੜਫਨੀ ਲੈ ਲੈ ਕੇ ਤਾਂਗਦਾ ਹੈ ਦਰਸ਼ਨਾਂ ਨੂੰ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸਤਿਗੁਰ ਚਰਨ ਪ੍ਰੇਮ ਬੜ ਜਾਗਾ, ਨਿਸਬਾਸੁਰ ਇੱਕ ਸਮ ਅਨੁਰਾਗਾ। ਆਪ ਦਾ ਦਿਲੀ ਪਿਆਰ ਵਾਲਾ ਨੌਕਰ ਦੇਖਦਾ ਹੈ ਕਿ ਸੁਆਮੀ ਜੀ ਬਾਹਰ ਅੰਦਰ ਨਹੀਂ ਜਾਂਦੇ, ਘਰੇ ਹੀ ਟਿੱਕੇ ਰਹਿੰਦੇ ਹਨ। ਖਾਣਾ ਪੀਣਾ ਘਟ ਗਿਆ ਹੈ, ਰੰਗ ਪੀਲਾ ਪੈ ਗਿਆ ਹੈ, ਠੰਡੇ ਸਾਹ ਅਕਸਰ ਆਉਂਦੇ ਹਨ ਤੇ ਨੈਣ, ਉਹ ਨੈਣ ਜੋ ਵਿਦਿਆ ਦੇ ਚਮਤਕਾਰ ਨਾਲ ਸਦਾ ਚਮਕਦੇ ਤੇ ਹਰ ਇੱਕ ਦੇ ਉੱਤੇ ਉਚਿਆਈ ਨਜ਼ਰ ਸਟਿਆ ਕਰਦੇ ਸਨ, ਅਕਸਰ ਪਾਣੀ ਨਾਲ ਭਰੇ ਦਿਸਦੇ ਹਨ। ਤੇ ਕਈ ਵੇਰ ਆਪ ਦੇ ਯਤਨ ਕਰਦਿਆਂ, ਬੁੱਲ ਟੁਕਦਿਆਂ, ਮੱਥੇ ਵੱਟ ਪਾਉਂਦਿਆਂ ਉਹ ਨੈਣਾਂ ਵਿੱਚ ਭਰੇ ਅਥਰੂ ਬੇਵਸੇ ਟਹਿ ਪੈਂਦੇ ਤੇ ਗੱਲਾਂ ਤੇ ਪਲਮ ਦੇ ਨੂਰਾਨੀ ਦਾੜੀ ਵਿੱਚ ਆ ਕੇ ਮੋਤੀ ਆਬਾਂ ਨਾਲ ਚਮਕਦੇ ਐਉਂ ਭਾਸਦੇ ਹਨ ਕਿ ਮਾਨੋ ਇਹ ਵੀ ਕਿਸੇ ਨੂੰ ਤੱਕ ਰਹੇ ਹਨ ਤੇ ਤੱਕ ਵਿੱਚ ਕੋਈ ਡਾਢੀ ਢੂੰਡ ਦਾ ਭਾਵ ਹੈ। ਵਿਦਵਾਨ ਜੀ ਦੀ ਉਮਰਾਂ ਦਾ ਚਾਕਰ
ਤੇ ਦਿਲੀ ਪ੍ਰੀਤ ਵਾਲਾ ਚਾਕਰ ਘਾਬਰਦਾ ਹੈ ਪਰ ਪੁੱਛ ਨਹੀਂ ਸਕਦਾ। ਸਾਰੇ ਸਾਮਾਨ ਸੁਖ ਦੇ ਕਰਦਾ ਹੈ, ਕਿਸੇ ਗੱਲ ਕੋਈ ਖੇਚਲ ਹੋਣ ਨਹੀਂ ਦਿੰਦਾ, ਪਰ ਸੰਕੋਚ ਕਰਦਾ ਹੈ ਕਿ ਪੁੱਛਣਾ ਮਤਾਂ ਚਿੱਤ ਦੇ ਵੇਗ ਨੂੰ ਜੋ ਪਤਾ ਨਹੀਂ ਕਿ ਕੀ ਹੈ ਠੋਕਰ ਦੇਵੇ। ਕਈ ਦਿਨ ਬੀਤ ਜਾਣ ਪਰ ਪਿਆਰ ਵਾਲੇ ਦਾਸ ਦੀ ਬਿਹਬਲਤਾ ਆਪਣੇ ਮਨ ਦੀਆਂ ਰੋਕਾਂ ਤੋਂ ਨਾ ਰੁਕ ਸਕੀ। ਬਥੇਰਾ ਹੋੜਦਾ ਰਿਹਾ ਆਪਣੇ ਵਿੱਤ ਦੀ ਅਕਲ ਨਾਲ, ਪਰ ਅੰਦਰਲੇ ਡੂੰਘੇ ਆਪੇ ਦੀ ਬਿਹਬਲਤਾ ਨਾ ਰੁਕੀ ਤੇ ਹੱਥ ਬੰਨ ਖੜੋਤਾ। ਆਗਾ, ਆਪ ਕਿਸ ਖੇਚਲ ਵਿੱਚ ਹੋ, ਕਿਸ ਸੋਚ ਵਿੱਚ ਹੋ? ਆਪ ਦੀ ਉਦਾਸੀ ਤੇ ਵਿਆਕੁਲਤਾ ਮੈਥੋਂ ਡਿੱਠੀ ਨਹੀਂ ਜਾਂਦੀ। ਮੈਂ ਹਾਂ ਤਾਂ ਨੌਕਰ, ਪਰ ਕੋਈ ਗੱਲ ਜੋ ਮੈਂ ਕਰ ਸਕਾਂ ਤੇ ਤੁਸੀਂ ਸੁਖੀ ਥੀ ਮੰਜੋ ਤਾਂ ਆਖੋ। ਇਹ ਨਕਾਰਾ ਸਰੀਰ ਜੇ ਆਪਣੇ ਆਗਾ ਦੇ ਕੰਮ ਨਾ ਆਵੇ ਤਾਂ ਇਸ ਨੂੰ ਕਿਸ ਦਿਨ ਵਰਤਣਾ ਹੈ? ਮਿਹਰ ਕਰੋ ਤੇ ਹੁਕਮ ਕਰੋ। ਨੰਦ ਲਾਲ ਜੀ ਪ੍ਰੇਮ ਪਰਵੇਦੇ ਮਨ ਵਾਲੇ ਅੱਗੇ ਹੀ ਅੰਦਰੋਂ ਜਲਹਾਰ ਹੋ ਰਹੇ ਸਨ। ਇਸ ਪ੍ਰੇਮ ਭਾਵਨਾ ਨਾਲ ਹੋਰ ਦਰਵੇ ਕੁਛ ਦੇਰ ਤੋਂ ਜੋ ਅਥਰੂ ਰੋਕੇ ਰਹੇ ਸਨ, ਨਾ ਰੁਕੇ ਤੇ ਬੇਵਸੇ ਵਹਿ ਤੁਰੇ। ਬੋਲਣ ਲੱਗੇ ਪਰ ਬੁੱਲ ਘੁੱਟ ਗਏ ਤੇ ਗਲਾ ਰੁਕ ਗਿਆ। ਪਿਆਰਾਂ ਵਾਲਾ ਸੇਵਕ ਤੱਕ ਕੇ ਹੋਰ ਬੇਬਲ ਹੋਇਆ ਕਿ ਮੇਰੇ ਪਿਆਰੇ ਨੂੰ ਕੈਸੀ ਖੇਚਲ ਹੈ ਕਿ ਜੋ ਇਹਨਾਂ ਬੇਵਸਾ ਕਰ ਰਹੀ ਹੈ। ਕੁਝ ਚਿਰ ਦੁਵੱਲੀ ਇਹ ਸਮਾਂ ਬਜਾ ਰਿਹਾ। ਸੇਵਕ ਆਪਣੇ ਪਿਆਰ ਵਿੱਚ ਪੀੜਤ ਹੈ ਤੇ ਮਾਲਕ ਇੱਕ ਪਾਸੇ ਆਪਣੇ ਪ੍ਰੀਤਮ ਦੀ ਖਿੱਚ ਵਿੱਚ ਤੇ ਦੂਏ ਪਾਸੇ ਸੇਵਕ ਦੀ ਖਿੱਚ ਭਰੀ ਦਿਲ ਪੀੜਾ ਦੇ ਅਸਰ ਨਾਲ ਦਰਵ ਰਿਹਾ ਹੈ। ਅੰਤ ਬੇਵਸ ਹੋ ਕੇ ਨੰਦ ਲਾਲ ਜੀ ਦੇ ਨੈਣ ਬਰਖਾ ਕਰ ਚੁੱਕੇ ਤੇ ਠੰਡੇ ਸਾਹ ਆਉਣ ਲੱਗ ਪਏ। ਜਿਉਂ-ਜਿਉਂ ਇਹ ਆਏ ਤਿਉਂ-ਤਿਉਂ ਸਰੀਰ ਹਲਕਾ ਜਿਹਾ ਤੇ ਸੁਖਾਵਾਂ ਭਾਵ ਪ੍ਰਤੀਤ ਕਰਨ ਲੱਗ ਪਿਆ। ਹੁਣ ਆਪ ਦੀ ਰਸਨਾ ਵੀ ਖੁੱਲੀ ਤੇ ਆਖਣ ਲੱਗੇ, ਬਰਖੁਰਦਾਰ, ਉਦਾਸ ਨਾ ਹੋ, ਮੈਂ ਦੁਖੀ ਨਹੀਂ ਹਾਂ। ਕਿਸੇ ਮਨ ਦੇ ਵੇਗ ਵਿੱਚ ਹਾਂ ਜੋ ਸੁਖਦਾਈ ਪੀੜਾ ਵਾਲਾ ਹੋ ਰਿਹਾ ਹੈ। ਤੂੰ ਫਿਕਰ ਨਾ ਕਰ, ਰੱਬ ਭਲੀ ਕਰੇਗਾ। ਇੱਧਰ ਪ੍ਰੇਮੀ ਨੰਦ ਲਾਲ ਜੀ ਨਾ ਰੰਗਾਂ ਤੇ ਤਰੰਗਾਂ ਵਿੱਚ ਸਨ, ਉਧਰ ਪ੍ਰੀਤਮ ਜੀ ਦੇ ਮਨ ਪਰ ਖਿੱਚ ਦੇ ਤੁਣਕੇ ਵੱਜ ਰਹੇ ਸਨ। ਪਿਆਰ ਭਾਵ ਤਸਵੀਰਾਂ ਬਨ ਨੈਣਾ ਅੱਗੇ ਆ ਖੜਾਉਂਦੇ ਸਨ ਤੇ ਦਿਲ ਵਿੱਚ ਜਾ ਕੇ ਉਸ ਨੂੰ ਆਪਣੇ ਵੱਲ ਪੰਘਾਰ ਦਿੰਦੇ ਸਨ। ਆਪ ਕਈ ਵੇਰ ਇੱਧਰ ਉੱਧਰ ਇੱਕ ਅਚਰਜ ਚੰਚਲਤਾ ਨਾਲ ਤੱਕਦੇ ਤੇ ਇੱਕ ਲੰਮਾ ਸਵਾਸ ਲੈ ਕੇ ਕਹਿ ਉੱਠਦੇ, ਅੱਛਾ, ਫਿਰ ਚੁੱਪ ਹੋ ਜਾਂਦੇ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਸੁਜਾਨਾ, ਕਰੀ ਪ੍ਰੇਮ ਨੇ ਖੈਂਚ ਮਹਾਨਾ, ਰਹਿਓ ਨ ਗਇਓ ਧੀਰ ਕਰ ਗੁਰ ਤੇ, ਜੋ ਸਿਮਰਤ ਅਨੁਰਾਗਤ ਉਰ ਤੇ। ਇੱਕ ਦਿਨ ਆਪ ਨੇ ਮੇਵੜੇ ਨੂੰ ਸੈਨਤ ਕੀਤੀ। ਜਦੋਂ ਪਾਸ ਆਇਆ ਤਾਂ ਫਰਮਾਉਣ ਲੱਗੇ ਕਿ ਅਮਕੇ ਟਿਕਾਣੇ ਇੱਕ ਸਿੱਖ ਹੈ, ਉਸ ਦੀ ਉਮਰ 50 ਕੋ ਦੇ ਅਨੁਮਾਨ ਹੈ ਅਤੇ ਨਾਮ ਨੰਦ ਲਾਲ ਹੈ। ਜਾਓ ਕਹੋ ਕਿ ਤੈਨੂੰ ਯਾਦ ਕਰ ਰਹੇ ਹਨ, ਨਾਲ ਲਈ ਆਵੀਂ। ਮੇਵੜਾ ਉਸੇ ਵੇਲੇ ਸਿੱਧਾ ਗਿਆ ਤੇ ਉਸ ਟਿਕਾਣੇ ਜਾ ਪੁੱਜਾ। ਆਪ ਅੰਦਰ ਦਲਾਨ ਵਿੱਚ ਇੱਕ ਸਫ ਪਰ ਬੈਠੇ ਸਨ। ਨੈਣ ਬੰਦ ਸਨ ਪਰ ਭਰੇ ਹੋਏ, ਮੱਥਾ ਟਿਕਵਾ ਸੀ ਪਰ ਖਿੱਚਦੇ ਚਿੰਨਾਂ ਵਾਲਾ। ਦਾਸ ਅੰਦਰ ਗਿਆ ਤੇ ਹੱਥ ਜੋੜ ਕੇ ਖੜਾ ਹੋ ਗਿਆ। ਆਪ ਨੇ ਕੁਝ ਚਿਰ ਮਗਰੋਂ ਖੰਗੂਰਾ ਭਰਿਆ ਤਾਂ ਸੇਵਕ ਨੇ ਕਿਹਾ, ਆਗਾ, ਇੱਕ ਆਦਮੀ ਆਇਆ ਹੈ, ਆਖਦਾ ਹੈ ਕਿ ਮੈਂ ਸਤਿਗੁਰੂ ਜੀ ਦਾ ਮੇਵੜਾ ਹਾਂ ਤੇ ਮੇਰਾ ਸੁਨੇਹਾ ਇਹ ਹੈ ਕਿ ਸਾਹਿਬਾਂ ਆਪ ਨੂੰ ਯਾਦ ਕੀਤਾ ਹੈ ਤੇ ਹੁਕਮ ਹੈ ਕਿ ਨਾਲ ਲੈ ਕੇ ਆਓ। ਨੰਦ ਲਾਲ ਜੀ ਸਤਿਗੁਰੂ ਜੀ ਦਾ ਮੇਵੜਾ ਸੁਣਦੇ ਸਾਰ ਅੰਦਰ ਦਰਵ ਰਹੇ ਮਨ ਦੀ ਦਰਵਣਤਾ ਵਿੱਚ ਰੁੜੇ ਜਾ ਰਹੇ ਕਿਸੇ ਨਿਰਾਸ਼ਾ ਵਿੱਚ ਪੁੱਜ ਰਹੀ ਆਸਾ ਦੇ ਅਚਾਨਕ ਪੈਣ ਵਾਲੇ ਪ੍ਰਭਾਵ ਨਾਲ ਹੋਰ ਦਰਵ ਦੇ ਸੂਖਮ ਹੁੰਦੇ ਮਾਨੋ ਵਾਯੂ ਰੂਪ ਹੁੰਦੇ ਉੱਠ ਖੜੋਤੇ। ਹਾਂ, ਉੱਡੀ ਪਰਾਂ ਮਾਰਦੀ ਹੋਸ਼ ਤੇ ਆਪ ਸੁਣਦੇ ਅਣਸੁਣਦੇ ਹੁੰਦੇ ਅੰਦਰੋਂ ਗੁੰਮ ਹੋ ਗਏ। ਨੌਕਰ ਕਹਿ ਚੁੱਕਾ ਤੇ ਅੱਗੋਂ ਆਵਾਜ਼ ਨਾ ਆਈ ਤਾਂ ਉਸਨੇ ਫਿਰ ਦੁਹਰਾਇਆ। ਇੰਨੇ ਨੂੰ ਆਪ ਦੇ ਅੰਦਰਲੇ ਨੇ ਮੋੜਵਾਂ ਕੰਮ ਕੀਤਾ ਤੇ ਹੋਸ਼ ਦਿੱਤੀ ਕਿ ਦੇਖ, ਆਸਾ ਪੂਰਨ ਹੁੰਦੀ ਹੈ। ਸ਼ੁਕਰਾਨੇ ਦਾ ਭਾਵ ਆਇਆ। ਅਣਸੁਣੀ ਗੱਲ ਵਿੱਚ ਸੁਣਨ ਲਈ ਨਿੱਕਾ ਜਿਹਾ ਖੰਗੂਰਾ ਦੇ ਕੇ ਬੋਲੇ, ਕੀ ਆਖਿਆ ਈ? ਜਾਂ ਨੌਕਰ ਨੇ ਤੀਜੀ ਵੇਰ ਸੰਦੇਸ਼ਾ ਸੁਣਾਇਆ
ते डाढ़े जकड़े हुए नैन खुले, एक नज़र चुफेरे पा के ऊपर तक के बोले, अल्हम्दुलिल्लाह, शुक्र, एहसान तेरा या रब, एहसान तेरा, नाचीज ते मेहर, शुक्र शुक्र शुक्र। फिर आसमाना वल तके, फिर चुफेरे नज़र पाई, फिर दास वल तके, शुक्र तेरा मेरे प्यारिया, तेरी जुबान तो सदके शुक्र। इयों कुछ चिर सिर फेर दे तकदे बोलदे ते अथरू घेरदे कवि रस रंग रतड़े सोहणे सोहणे नंद लाल जी एयों जापदे रहे जिवें प्रेम रसां दा काव्य मूरत धारी बैठा है ते पंगर पंगर वह वह द्रव द्रव के अपनी मूर्तिमान सूरत विचों फिर अमूरत हो रहा है। सेवक दी समझ विच अपने आका दी ये हालत कुछ नीम जहे बावरे वर्गी नज़र पै रही सी ते उसदे कोमल भाव अंदरों उठ उठ के अथरू बन बन के वह रहे सन। सचमुच नंदलाल जी बावरे लग रहे सन। होशां वाला मन अमित शुक्र भाव विच इचपुन्नी दे अचानक सदमे दी मिर्जाब वर्गी रस भरी जरब नाल थर्रा उठिया सी ते डूंगा आपा इस जरब नाल तरबां दे ठाठ वांगू कंब रिहा सी। हाँ, इस अंदरले जिंदगी विच कदे ही किसे नूं वापरन वाले संगीत विच आपा लहर लहर हो रहा सी। चेहरे दी क्रांति इस वेले नीम बावरी ना दिसदी तां की दिसदी। दास अपने मोह विच, मोह दी द्रवणता विच आप नूं इस हालत विच वेख वेख प्यार नाल पंगरदा लहरा रहा है। समां ठहरदा नहीं। हाँ, साडे लई टुरदा गया ही भासदा है, सो टुरदा गया ते ओ छिन्ना जो संगीतक रूप लैके आपे नूं राग रूप नाद रूप कर रहीआं सन लंघ गईआं। अंदरला तरकां वांगू लहरा उठण दी योगता वाला तरब ठाठ टेकिया तां आप जी दे नैण खुले। नैणों नीर वह रहे सेवक वल तके। काका तेरी रसना तन है, जाओ बेटा मेवड़े दा सत्कार कर, सिर ते चा मेरे नैणा विच बहा, कहो सदके तेरियां राहां तो मैं आया हाँ। आप उठे। हाँ उठे मानो शरीर बेभार है जो किसे तोल रहत वस्तु दा बनिया होया है। आप उठे ते टुर पे, दो कदम टुर के अटके ते बोले, खाली हथ, ओ बेअदब खाली हथ। मुड़ अंदर गए, प्रसाद लीता, बाहर वेड़े विच आए, दो कदम टुरे, ओ बेअदब हैं, दस्तार अटपटी है, शाहां दी हजूरी विच टेढ़ी पाग। फिर मुड़े, अंदर आ गए, दस्तार अदब वाली बधी, चादर दी बुक्कल मारी, प्रसाद चाया ते टुर पे। गुरु रूप प्यारी साध संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।